ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਤੋਂ ਪਹਿਲਾਂ ਮਲੂਕੇ ਤੋਂ ਆਏ ਹੋਏ ਮਹਾਂਪੁਰਖ ਬਾਬਾ ਜਸ਼ਪ੍ਰੀਤ ਸਿੰਘ ਜੀ ਹੁਣਾਂ ਨੇ ਬਹੁਤ ਤਰੀਕੇ ਦੇ ਨਾਲ ਸੰਗਤਾਂ ਨੂੰ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ ਜੋੜਿਆ ਹੈ। ਮੈਂ ਇੱਕ ਦਿਨ ਪੜ੍ਹ ਰਿਹਾ ਸੀਗਾ, ਸ਼ਾਸਤਰ ਦੇ ਵਿੱਚ ਲਿਖਿਆ ਵੀ ਦੋ ਚੀਜ਼ਾਂ ਨੇ ਦੁਨੀਆ ਦੇ ਵਿੱਚ ਜਿਹੜੀਆਂ ਚੱਲਦੀਆਂ ਨਹੀਂ, ਦੋ ਚੀਜ਼ਾਂ। ਪਰ ਆਪਾਂ ਨਿਗਾਹ ਮਾਰ ਕੇ ਵੇਖ ਲਓ ਵੀ ਕਿਹੜੀ ਚੀਜ਼ ਹੈ ਜਿਹੜੀ ਖੜੀ ਹੈ। ਸਮਾਂ ਇਹ ਵੀ ਤੁਰਿਆ ਜਾ ਰਿਹਾ ਹੈ, ਆਪਾਂ ਵੀ ਤੁਰੇ ਜਾ ਰਹੇ ਹਾਂ, ਗੱਡੀਆਂ ਵੀ ਤੁਰੀਆਂ ਜਾਂਦੀਆਂ, ਹਰੇਕ ਚੀਜ਼ ਇੱਥੇ ਚੱਲਦੀ ਪਈ ਹੈ। ਪਰ ਸ਼ਾਸਤਰ ਨੇ ਲਿਖਿਆ ਵੀ ਦੋ ਚੀਜ਼ਾਂ ਨਹੀਂ ਚੱਲਦੀਆਂ। ਉਹ ਦੋ ਚੀਜ਼ਾਂ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਵੀ ਕਿਹੜੀਆਂ ਦੋ ਚੀਜ਼ਾਂ ਨਹੀਂ ਚੱਲਦੀਆਂ। ਉਹਨੇ ਲਿਖਿਆ ਵੀ ਇੱਕ ਮਹਾਂਪੁਰਖ ਨਹੀਂ ਚੱਲਦੇ, ਦੂਸਰਾ ਸਮੁੰਦਰ ਨਹੀਂ ਚੱਲਦਾ। ਪਰ ਜਦੋਂ ਮਹਾਂਪੁਰਖਾਂ ਵੱਲ ਝਾਤੀ ਮਾਰਾਂਗੇ ਨਾ ਵੀ ਇਹ ਨਹੀਂ ਚੱਲਦੇ, ਇਹਨਾਂ ਦਾ ਹੁਣ ਦਾ ਪ੍ਰੋਗਰਾਮ ਸਵੇਰ ਦਾ ਕਿਤੇ, ਦੁਪਹਿਰ ਦਾ ਕਿਤੇ, ਸ਼ਾਮ ਦਾ ਕਿਤੇ, ਇਹ ਤੇ ਇੱਕ ਮਿੰਟ ਵੀ ਕਿਸੇ ਟਿਕ ਕੇ ਨਹੀਂ ਬੈਠਦੇ, ਇਹ ਵੀ ਚੱਲਦੇ। ਪਰ ਸ਼ਾਸਤਰ ਕਹਿੰਦਾ ਇਹ ਮਹਾਂਪੁਰਖ ਚੱਲਦੇ ਨਹੀਂ, ਤੇ ਸਮੁੰਦਰ ਵੀ ਨਹੀਂ ਚੱਲਦਾ। ਇਹ ਚੱਲਦੇ ਕਿਵੇਂ ਨਹੀਂ ਤੇ ਚੱਲਦੇ ਕਿਵੇਂ ਨੇ? ਜਿਹੜਾ ਸਮੁੰਦਰ ਹੈ ਨਾ, ਇਹਦੇ ਉੱਪਰ ਛੱਲਾਂ ਪੈਂਦੀਆਂ ਨੇ ਦਿਨ ਭਰ ਰਾਤ, ਖੜਦੀਆਂ ਨਹੀਂ। ਸਮੁੰਦਰ ਦੇ ਉੱਪਰ ਛੱਲਾਂ ਨੇ, ਪਰ ਜਿੰਨਾ ਤੁਸੀਂ ਇਹਦੀ ਗਹਿਰਾਈ ਦੇ ਵਿੱਚ, ਡੰਗਾਈ ਵਿੱਚ ਜਾਓਗੇ ਨਾ, ਓਨਾ ਹੀ ਸਮੁੰਦਰ ਸ਼ਾਂਤ ਹੈ। ਉੱਪਰ ਛੱਲਾਂ, ਥੱਲਿਓਂ ਸ਼ਾਂਤ ਹੈ। ਇਸੇ ਹੀ ਤਰ੍ਹਾਂ ਮਹਾਂਪੁਰਖ ਨੇ, ਇਹ ਸਰੀਰ ਕਰਕੇ ਚੱਲਦੇ ਨੇ ਪਰ ਅੰਦਰੋਂ ਟਿਕੇ ਹੋਏ ਨੇ। ਸਰੀਰ ਕਰਕੇ ਚੱਲਦੇ ਨੇ ਪਰ ਅੰਦਰੋਂ ਟਿਕੇ ਨੇ। ਜਦੋਂ ਸਮੁੰਦਰ ਚੱਲਦਾ ਹੈ ਨਾ, ਸਮੁੰਦਰ ਦੇ ਵਿੱਚ ਜਵਾਰ ਭਾਟਾ ਆ ਜਾਂਦੀਆਂ ਨੇ, ਕਈ ਕਈ ਕਿਲੋਮੀਟਰ ਤੁਸੀਂ ਦੇਖਿਆ ਸਮੁੰਦਰ ਕੰਢਿਆਂ ਤੋਂ ਬਾਹਰ ਚਲਿਆ ਜਾਂਦਾ ਹੈ। ਜਦੋਂ ਸਮੁੰਦਰ ਚੱਲਦਾ ਹੈ ਉਦੋਂ ਬੜੀਆਂ ਕੀਮਤੀ ਚੀਜ਼ਾਂ ਉਹ ਆਪਣੇ ਨਾਲ ਲੈ ਕੇ ਚੱਲਦਾ ਹੈ। ਸਿੱਪੀਆਂ, ਸ਼ੰਖ, ਜਿਹਦੇ ਵਿੱਚ ਬੜੇ ਬੜੇ ਕੀਮਤੀ ਮੋਤੀ ਹੁੰਦੇ ਨੇ। ਜਦੋਂ ਚੱਲਿਆ ਉਹ ਕੀਮਤੀ ਚੀਜ਼ਾਂ ਆਪਣੇ ਨਾਲ ਲੈ ਕੇ ਚੱਲਿਆ, ਪਰ ਜਦੋਂ ਵਾਪਸ ਆਇਆ ਉਹਨਾਂ ਚੀਜ਼ਾਂ ਨੂੰ ਆਪਣੇ ਨਾਲ ਨਹੀਂ ਲੈ ਕੇ ਆਇਆ, ਉਹ ਬਾਹਰ ਹੀ ਛੱਡ ਆਇਆ। ਉਹ ਫਿਰ ਇੰਨੀਆਂ ਕੀਮਤੀ ਚੀਜ਼ਾਂ ਕਿਸੇ ਕੱਖਪਤੀ ਦੇ ਹੱਥ ਲੱਗ ਗਈਆਂ ਤੇ ਉਹਨੂੰ ਲੱਖਪਤੀ ਬਣਾ ਦਿੱਤਾ। ਇਸੇ ਤਰ੍ਹਾਂ ਜਦੋਂ ਮਹਾਂਪੁਰਖ ਚੱਲਦੇ ਨੇ, ਇਹ ਬੜੇ ਕੀਮਤੀ ਬਚਨ, ਹੀਰੇ ਲਾਲਾਂ ਦੀ ਨਿਆਈ ਨਾਲ ਲੈ ਕੇ ਚੱਲਦੇ ਨੇ। ਜਦੋਂ ਫਿਰ ਐਸੀਆਂ ਸੰਗਤਾਂ ਦੇ ਵਿੱਚ ਉਹ ਬਚਨ ਕਰਦੇ ਨੇ, ਕੋਈ ਉਹਨਾਂ ਤੇ ਮੰਨ ਕੇ ਪਹਿਰਾ ਦੇ ਲਵੇ, ਉਹਦਾ ਜੀਵਨ ਸੱਚਖੰਡ ਬਣ ਜਾਂਦਾ ਹੈ। ਐਸੇ ਮਹਾਂਪੁਰਖ ਅੱਜ ਕਲਗੀਧਰ ਪਾਤਸ਼ਾਹ ਦਾ ਅਵਤਾਰ ਦਿਹਾੜਾ, ਬਾਜਾਂ ਵਾਲੇ ਦਾ ਪਟਨੇ ਵਿੱਚ ਅਵਤਾਰ ਕਿਉਂ ਹੋਇਆ? ਗੁਰੂ ਨਾਨਕ ਪਾਤਸ਼ਾਹ ਨੇ 4 ਉਦਾਸੀਆਂ ਕੀਤੀਆਂ। ਘਰ ਘਰ ਜਾ ਕੇ ਸਤਿਗੁਰਾਂ ਨੇ ਦੁਨੀਆ ਦਾ ਉਧਾਰ ਕੀਤਾ। ਅੱਜ ਦੁਨੀਆ ਨੂੰ ਤਾਰਦੇ ਪਟਨੇ ਦੀ ਧਰਤੀ ਤੇ ਪਹੁੰਚੇ। ਤਹੀ ਪ੍ਰਕਾਸ਼ ਹਮਾਰਾ ਭਇਓ, ਪਟਨਾ ਸ਼ਹਿਰ ਵਿਖੇ ਪਵ ਲਏ। ਪਹੁੰਚੇ ਪਟਨੇ ਦੀ ਧਰਤੀ। ਹੁਣ ਮੈਂ ਬੇਨਤੀ ਕਰਦਿਆਂ, ਜਿਹੜਾ ਪਟਨਾ ਸ਼ਹਿਰ ਹੈ ਨਾ, ਇਹ ਬੜਾ ਪੁਰਾਤਨ ਸ਼ਹਿਰ ਹੈ। ਇਹ ਦੁਆਪਰ ਯੁੱਗ ਦਾ ਵਸਿਆ ਹੋਇਆ ਸ਼ਹਿਰ ਹੈ। ਦੁਆਪਰ ਯੁੱਗ ਦਾ ਇਹ ਵਸਾਇਆ ਸੀ ਰਾਜੇ ਜਰਾਸੰਧ ਦੇ ਪਿਤਾ ਰਾਜੇ ਵੈਦਰਥ ਨੇ ਇਸ ਸ਼ਹਿਰ ਨੂੰ।
ਦੁਆਪਰ ਯੁੱਗ ਵਿੱਚ ਰਾਜਾ ਵੈਦਰਥ ਜਿਹੜਾ ਸੀ, ਇਹਦੀਆਂ 2 ਰਾਣੀਆਂ ਸੀ, ਪਰ ਇਹਦੇ ਘਰੇ ਕੋਈ ਔਲਾਦ ਨਹੀਂ ਸੀ। ਇਹ ਕਿਸੇ ਮਹਾਂਪੁਰਖਾਂ ਦੇ ਕੋਲ ਜਾਂਦਾ ਸੀ। ਜਦੋਂ ਜਾਣਾ ਖਾਲੀ ਹੱਥ ਜਾਣਾ, ਦਰਸ਼ਨ ਕਰਕੇ ਵਾਪਸ ਮੁੜ ਆਉਣਾ। ਜਰਾ ਧਿਆਨ ਦਿਓ, ਮਹਾਂਪੁਰਖਾਂ ਦੀਆਂ ਕਮਾਈਆਂ। ਇਹਦਾ ਵਜ਼ੀਰ ਲੱਗਾ ਕਹਿਣ ਰਾਜੇ ਵੈਦਰਥ ਨੂੰ, ਤੁਸੀਂ ਮਹਾਂਪੁਰਖਾਂ ਕੋਲ ਜਾਂਦੇ ਹੋ ਖਾਲੀ ਹੱਥ, ਜਦੋਂ ਤੁਸੀਂ ਜਾਂਦੇ ਹੋ ਕੁਝ ਨਾ ਕੁਝ ਨਾਲ ਲੈ ਕੇ ਜਾਇਆ ਕਰੋ। ਗੁਰ ਸਾਧੂ ਵੈਦ ਜੋਤਸ਼ੀ ਇਨਕੇ ਪਾਸ ਜੋ ਜਾਏ, ਖਾਲੀ ਹਾਥ ਨਾ ਜਾਈਏ, ਫਲ ਦੀਏ ਫਲ ਪਾਏ। ਵੈਦ ਡਾਕਟਰ ਕੋਲ ਜਾਣਾ ਹੈ, ਪੈਸੇ ਦਓਗੇ ਦਵਾਈ ਦਊਗਾ। ਜੋਤਸ਼ੀ ਜੋਤਿਸ਼ ਤਾਂ ਲਾਊਗਾ ਜੇ ਪੱਲਿਓਂ ਕੁਝ ਦੇਵਾਂਗੇ। ਬਾਬਾ ਆਨੰਦ ਸਿੰਘ ਜੀ ਮਹਾਰਾਜ ਦੇ ਬਚਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚ ਆਉਣਾ, ਜੇ ਬੋਝੇ ਚ ਪੈਸੇ ਨਹੀਂ, ਭਾਵੇਂ 2 ਦਾਤਣਾ ਹੀ ਲੈ ਜਾਓ, ਭਾਵੇਂ 2 ਫੁੱਲ ਹੀ ਤੋੜ ਕੇ ਲੈ ਜਾਓ, ਖਾਲੀ ਹੱਥ ਨਾ ਜਾਓ। ਅੱਜ ਰਾਜਾ ਵੈਦਰਥ ਵਜ਼ੀਰ ਨੇ ਆਖਿਆ, ਤੁਸੀਂ ਮਹਾਂਪੁਰਖਾਂ ਕੋਲ ਜਾਂਦੇ ਹੋ ਖਾਲੀ ਹੱਥ। ਉਹ ਪਟਨਾ ਜਿੱਥੇ ਬਾਜਾਂ ਵਾਲੇ ਦਾ ਅਵਤਾਰ ਹੋਇਆ। ਰਾਜੇ ਵੈਦਰਥ ਨੇ 2 ਅੰਬ ਲਏ, ਸੰਤਾਂ ਦੇ ਕੋਲ ਚਲਿਆ ਗਿਆ। ਦੋਵੇਂ ਫਲ ਰੱਖੇ, ਮੱਥਾ ਟੇਕਿਆ। ਸੰਤਾਂ ਨੇ ਆਪਣੀ ਮੌਜ ਵਿੱਚ ਇੱਕ ਫਲ ਚੱਕਿਆ, ਰਾਜੇ ਵੈਦਰਥ ਦੀ ਝੋਲੀ ਵਿੱਚ ਪਾ ਦਿੱਤਾ। ਹੁਣ ਰਾਜਾ ਵੈਦਰਥ ਉਹ ਪ੍ਰਸ਼ਾਦ ਲੈ ਕੇ, ਦਾਤ ਮਹਾਂਪੁਰਖਾਂ ਤੋਂ ਲੈ ਕੇ ਆਪਣੇ ਘਰ ਨੂੰ ਚੱਲ ਪਿਆ। ਨਾਲੇ ਘਰ ਵੱਲ ਮਹਿਲਾਂ ਵੱਲ ਆਉਂਦਾ, ਨਾਲੇ ਸੋਚਦਾ ਹੈ ਫਲ ਇੱਕ ਹੈ, ਰਾਣੀਆਂ 2 ਨੇ, ਜੇ ਇੱਕ ਨੂੰ ਦੇ ਦਿੱਤਾ ਦੂਜੀ ਨੇ ਘਰ ਵਿੱਚ ਕਲੇਸ਼ ਪਾ ਦੇਣਾ। ਤੁਹਾਨੂੰ ਪਤਾ ਹੀ ਹੈ ਬੀਬੀਆਂ ਦੇ ਸੁਭਾਅ ਦਾ, ਤੁਸੀਂ ਜਾਣਦੇ ਹੋ, ਕਲੇਸ਼ ਪੈ ਜਾਣਾ ਘਰ ਵਿੱਚ। ਹੁਣ ਕੀ ਕੀਤਾ ਜਾਏ? ਰਾਜੇ ਵੈਦਰਥ ਨੇ ਉਹ ਮਹਾਂਪੁਰਖਾਂ ਦੀ ਦਾਤ ਦੇ 2 ਹਿੱਸੇ ਕਰ ਦਿੱਤੇ। ਉਸ ਫਲ ਨੂੰ ਕੱਟ ਦਿੱਤਾ, ਅੱਧਾ ਫਲ ਇੱਕ ਰਾਣੀ ਦੀ ਝੋਲੀ ਵਿੱਚ, ਅੱਧਾ ਦੂਜੀ ਦੀ ਝੋਲੀ 'ਚ। ਸਮਾਂ ਬੀਤਿਆ, ਜਦੋਂ ਬੱਚਿਆਂ ਨੇ ਜਨਮ ਲਿਆ ਨਾ ਦੋਨਾਂ ਰਾਣੀਆਂ ਦੇ ਪੇਟੋਂ, ਉਹ ਫਲ ਵੀ ਅੱਧਾ ਅੱਧਾ ਦਿੱਤਾ ਤੇ ਬੱਚੇ ਵੀ ਅੱਧੇ ਅੱਧੇ ਹੀ ਪੈਦਾ ਹੋਏ। ਦੇਖੋ ਮਹਾਂਪੁਰਖ, ਉਹਨਾਂ ਦੀਆਂ ਦਾਤਾਂ, ਜੇਵੜ ਆਪ ਤੇਵੜ ਤੇਰੀ ਦਾਤ। ਅੱਧੇ ਅੱਧੇ ਬੱਚੇ ਪੈਦਾ ਹੋਏ ਰਾਜੇ ਵੈਦਰਥ ਦੇ, ਜਿਹਨੇ ਪਟਨਾ ਸ਼ਹਿਰ ਵਸਾਇਆ। ਉਹ ਰਾਜੇ ਦੀ ਗੱਲ ਹੈ। ਹੁਣ ਰਾਜੇ ਨੂੰ ਪਤਾ ਲੱਗਾ, ਸਮਝ ਗਿਆ, ਸੰਤਾਂ ਦੀ ਦਾਤ ਮੈਂ ਕੱਟ ਦਿੱਤੀ ਹੈ, ਅੱਧੇ ਅੱਧੇ ਬੱਚੇ ਹੋਏ ਨੇ, ਇਹਨਾਂ ਨੂੰ ਮਰਿਆ ਜਾਣ ਕੇ ਮਸਾਣਾ ਦੇ ਵਿੱਚ ਸਟਾ ਦਿੱਤਾ। ਜਦੋਂ ਸਟਾ ਦਿੱਤਾ, ਉਸ ਮਸਾਣਾ ਦੇ ਵਿੱਚ ਇੱਕ ਰਾਖਸ਼ਣੀ ਰਹਿੰਦੀ ਸੀ, ਜਿਹਦਾ ਨਾਂ ਸੀ ਜਰਾ ਰਾਖਸ਼ਣੀ। ਉਹ ਰਾਤ ਨੂੰ ਜੰਗਲ ਵਿੱਚੋਂ ਆਉਂਦੀ, ਮਸਾਣ ਘਾਟ ਦੇ ਵਿੱਚ ਕੋ ਮੁਰਦਾ ਪਿਆ ਹੁੰਦਾ, ਦੱਬਿਆ ਹੁੰਦਾ, ਪੱਟ ਲੈਂਦੀ, ਖਾ ਜਾਂਦੀ। ਹੁਣ ਉਹ ਰਾਖਸ਼ਣੀ ਆਈ, ਕੀ ਵੇਖਿਆ? ਬੱਚੇ ਦੇ 2 ਟੋਟੇ ਪਏ ਨੇ। ਉਹਨੇ ਦੋਵੇਂ ਟੋਟੇ ਚੁੱਕ ਲਏ ਦੋਵਾਂ ਹੱਥਾਂ ਦੇ ਵਿੱਚ। ਜਦੋਂ ਚੱਕ ਕੇ ਮੂੰਹ ਨੇੜੇ ਕਰਕੇ ਖਾਣ ਲੱਗੀ, ਫਿਰ ਵੀ ਐਸੀ ਮਾਲਕ ਦੀ, ਭਗਵਾਨ ਦੀ ਕਿਰਪਾ ਹੋਈ। ਟੋਟੇ ਜਦੋਂ ਕੋਲੇ ਇੱਕ ਦੂਏ ਦੇ ਆਏ, ਆਪਸ ਵਿੱਚ ਜੁੜ ਗਏ, ਬੱਚਾ ਜਿੰਦਾ ਹੋ ਗਿਆ। ਪਟਨਾ ਸ਼ਹਿਰ, ਰਾਜਾ ਵੈਦਰਥ, ਬੱਚਾ ਜਿੰਦਾ ਹੋਇਆ। ਹੁਣ ਤੁਹਾਨੂੰ ਪਤਾ ਹੈ, ਜਦੋਂ ਬੱਚਾ ਛੋਟਾ ਰੋਵੇ ਤੇ ਕਿੱਡੀ ਦੂਰ ਤੱਕ ਆਵਾਜ਼ ਜਾਂਦੀ ਹੈ। ਹੁਣ ਇਹ ਜਿਉਂਦਾ ਹੋਇਆ, ਅੱਧੀ ਰਾਤ ਦਾ ਟਾਈਮ, ਇਹਨੇ ਉੱਚੀ ਉੱਚੀ ਰੋਣਾ ਸ਼ੁਰੂ ਕਰ ਦਿੱਤਾ। ਇਹ ਬੱਚੇ ਦੇ ਰੋਣ ਦੀ ਆਵਾਜ਼ ਰਾਜੇ ਵੈਦਰਥ ਦੇ ਸਿਪਾਹੀ ਗਸ਼ਤ ਕਰਦੇ ਸੀ ਸ਼ਹਿਰ ਵਿੱਚ।
ਉਹਨਾਂ ਦੇ ਕੰਨਾਂ ਵਿੱਚ ਪਈ। ਉਹ ਦੌੜੇ ਮਸਾਣਾ ਵੱਲ ਨੂੰ ਵੀ ਇਸ ਵੇਲੇ ਬੱਚੇ ਦੀ ਆਵਾਜ਼ ਆ ਰਹੀ ਹੈ। ਕੀ ਦੇਖਿਆ, ਰਾਖਸ਼ਣੀ ਦੇ ਹੱਥ ਵਿੱਚ ਬੱਚਾ ਫੜਿਆ। ਆਉਂਦਿਆਂ ਸਿਪਾਹੀਆਂ ਨੇ ਉਹ ਰਾਖਸ਼ਣੀ ਨੂੰ ਵੀ ਫੜ ਲਿਆ ਤੇ ਬੱਚਾ ਖੋਹ ਲਿਆ। ਹੱਥਾਂ ਨੂੰ ਹੱਥ ਕੜੀਆਂ। ਦੂਸਰੇ ਦਿਨ ਦਰਬਾਰ ਲੱਗਾ ਰਾਜੇ ਵਿਦਰਥ ਦਾ। ਜਾ ਖੜੀ ਕੀਤੀ, ਮਹਾਰਾਜ ਮੁਰਦਿਆਂ ਨੂੰ ਖਾਂਦੀ ਹੈ, ਬੱਚੇ ਚੁੱਕ ਚੁੱਕ ਕੇ ਖਾਂਦੀ ਹੈ। ਜਦੋਂ ਇਹ ਬਚਨ ਕੀਤੇ ਉਹ ਫਿਰ ਜਰਾ ਰਾਖਸ਼ਣੀ ਰੋਣ ਲੱਗ ਪਈ। ਕਹਿਣ ਲੱਗੀ ਜੀ ਮੇਰੀ ਵੀ ਬੇਨਤੀ ਸੁਣੋ। ਕਹਿੰਦੇ ਤੂੰ ਕੀ ਕਹਿਣਾ ਚਾਹੁੰਦੀ ਹੈ। ਕਹਿੰਦੀ ਜੇ ਮੈਂ ਮੁਰਦਿਆਂ ਨੂੰ ਖਾਂਦੀ ਜ਼ਰੂਰ ਹਾਂ, ਪਰ ਮੈਂ ਬੱਚੇ ਨਹੀਂ ਚੱਕ ਕੇ ਖਾਂਦੀ। ਇਹ ਤਾਂ ਮੈਂ ਅੱਧੀ ਰਾਤ ਨੂੰ ਆਈ ਏ, ਬੱਚੇ ਦੇ 2 ਟੋਟੇ ਪਏ ਸੀ ਚੱਕੇ ਤੇ ਖਾਣ ਵਾਸਤੇ, ਪਰ ਇਹਨੂੰ ਮਾਰਿਆ ਨਹੀਂ। ਇਹ ਤੇ ਮੇਰੇ ਹੱਥਾਂ ਵਿੱਚ ਜਿਉਂਦਾ ਹੋਇਆ ਬੱਚਾ ਇਹੋ। ਉੱਥੇ ਵੀ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਉਹ ਸਮਾਂ ਲਿਖਿਆ। ਹੁਣ ਆਪਾਂ ਤੇ ਭਾਈ ਗੁਰਦਾਸ ਪੜ੍ਹਨਾ ਹੀ ਛੱਡ ਦਿੱਤਾ। ਭਾਈ ਗੁਰਦਾਸ ਜੀ ਨੂੰ ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕੁੰਜੀ ਦੱਸਿਆ। ਕੁੰਜੀ ਤੇ ਕੁੰਜੀ ਤੋਂ ਬਿਨਾਂ ਤੁਹਾਨੂੰ ਪਤਾ ਹੈ ਜਿੰਦਾ ਨਹੀਂ ਖੁੱਲਦਾ। ਜਿਹਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਥਿਆ ਕਰਨੀ ਹੈ, ਪਾਠੀ ਬਣਨਾ ਹੈ, ਪਹਿਲਾਂ ਭਾਈ ਗੁਰਦਾਸ ਦੀਆਂ ਵਾਰਾਂ ਪੜ੍ਹੋ, ਫਿਰ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ। ਭਾਈ ਗੁਰਦਾਸ ਜੀ ਲਿਖਦੇ ਨੇ ਆਪਣੀਆਂ ਵਾਰਾਂ ਵਿੱਚ, ਕਹਿੰਦੇ ਜਰਾ ਰਾਖਸ਼ਣੀ ਸੰਧ ਕਰਿਓ ਹੈ, ਜਰਾ ਸੰਧ ਤਹਿ ਨਾਉ ਧਰਿਓ ਹੈ। ਉਹ ਜਿਹੜਾ ਬੱਚਾ ਸੀ ਉਹਦਾ ਨਾਂ ਰੱਖਿਆ ਜਰਾ ਸੰਧ ਰਾਜਾ। ਉਹ ਰਾਜਾ ਸੀ ਜਰਾ ਸੰਧ, ਜਿਹੜਾ ਏਡਾ ਪ੍ਰਤਾਪੀ ਰਾਜਾ ਹੋਇਆ। 18 ਜੰਗ ਦੁਆਪਰ ਯੁੱਗ ਵਿੱਚ ਕ੍ਰਿਸ਼ਨ ਭਗਵਾਨ ਦੇ ਨਾਲ ਹੋਏ ਰਾਜੇ ਜਰਾਸੰਧ ਦੇ। ਤੇ ਗੁਰਮੁਖ ਪਿਆਰਿਓ ਫਿਰ ਕ੍ਰਿਸ਼ਨ ਮਹਾਰਾਜ ਨੂੰ ਇਹਦੇ ਅੱਗੇ ਭੱਜਣਾ ਪੈ ਗਿਆ ਸੀ, ਏਡਾ ਪ੍ਰਤਾਪੀ ਰਾਜਾ ਸੀ। ਇਹ ਰਾਜੇ ਜਰਾਸੰਧ ਦੇ ਪਿਤਾ ਰਾਜੇ ਵਿਦਰਥ ਦਾ ਵਸਾਇਆ ਸ਼ਹਿਰ ਪਟਨਾ ਹੈ, ਦੁਆਪਰ ਯੁੱਗ ਦਾ। ਉਹਦੀ ਰਾਜਧਾਨੀ ਸੀ ਪਟਨਾ। ਇੱਥੇ ਗਏ ਗੁਰੂ ਨਾਨਕ ਪਾਤਸ਼ਾਹ। ਜਦੋਂ ਗਏ ਸਭ ਤੋਂ ਪਹਿਲਾਂ ਉੱਥੇ ਇੱਕ ਭਗਤ ਰਹਿੰਦਾ ਸੀ, ਭਗਤ ਪ੍ਰਭੂ ਦਾ ਪਿਆਰਾ ਭਗਤ ਜੈਤਾ ਮੱਲ। ਇਹਦੀ ਉਮਰ ਪਤਾ ਕਿੰਨੀ ਸੀ ਜਦੋਂ ਗੁਰੂ ਸਾਹਿਬ ਗਏ? ਇਹਦੀ ਉਮਰ ਸੀ 300 ਸਾਲ ਦੀ, ਏਡੀ ਲੰਮੀ ਉਮਰ ਸੀ। ਇਹ ਯਾਦ ਕਰਦਾ ਸੀ, ਐ ਨਿਰੰਕਾਰ ਮੈਨੂੰ ਪਤਾ ਹੈ ਤੂੰ ਗੁਰੂ ਨਾਨਕ ਸਰੂਪ ਵਿੱਚ ਆ ਗਿਆ, ਆਪ ਨਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਮਹਾਰਾਜ 300 ਸਾਲ ਦੀ ਉਮਰ ਹੈ ਮੇਰੀ, ਮੈਂ ਚੱਲ ਫਿਰ ਕੇ ਤੁਹਾਨੂੰ ਨਹੀਂ ਲੱਭ ਸਕਦਾ, ਪਰ ਮੈਨੂੰ ਇੰਨਾ ਭਰੋਸਾ ਹੈ ਤੂੰ ਨਿਰੰਕਾਰ ਹੈ। ਜਿੱਥੇ ਤੈਨੂੰ ਕੋਈ ਯਾਦ ਕਰਦਾ ਤੂੰ ਉੱਥੇ ਦਰਸ਼ਨ ਦਿੰਨਾ ਆਣ ਕੇ। ਹੁਣ ਮੇਰੇ ਤੇ ਕਿਰਪਾ ਕਰ, ਮੇਰੀ ਉਮਰ ਬੜੀ ਲੰਮੀ ਹੈ, ਮਰਨ ਤੋਂ ਪਹਿਲਾਂ ਤੇਰੇ ਦਰਸ਼ਨ ਹੋ ਜਾਣ। ਆਪਾਂ ਵੀ ਗੁਰਮੁਖ ਪਿਆਰਿਓ ਕਿਤੇ ਗੁਰੂ ਦੇ ਦਰਸ਼ਨ ਮੰਗੇ ਮਰਨ ਤੋਂ ਪਹਿਲਾਂ। ਕਈ ਬਜ਼ੁਰਗ ਸਾਰੇ ਜੀਵਨ ਸ਼ਰਾਬ ਪੀਂਦੇ ਆ, ਨਗਾ ਦਿੰਦੇ ਆ। ਉਹ ਮਰਨ ਲੱਗੇ ਪਤਾ ਕੀ ਕਹਿੰਦੇ? ਕਹਿੰਦੇ ਮਰਨ ਲੱਗਿਆ ਮੇਰੇ ਸਿਵੇ ਦੇ ਵਿੱਚ ਬੋਤਲ ਰੱਖ ਦਿਓ। ਦੱਸੋ ਕੀ ਜੀਵਨ ਹੋਏਗਾ? ਉਹ ਤਾਂ ਫਿਰ ਕੁੰਭੀ ਨਰਕਾਂ 'ਚ ਜਾਣ ਵਾਲੀ ਗੱਲ ਹੈ। ਇੱਕ ਮੈਂ ਤੁਹਾਨੂੰ ਬੇਨਤੀ ਕਰਦਾ ਸਾਰੀ ਸੰਗਤ ਨੂੰ, ਆ ਭਾਈ ਕਿਤੇ ਸਮੇਂ ਨੂੰ ਐਵੇਂ ਨਾ ਗਵਾ ਲਿਓ। 84 ਲੱਖ ਜੂਨ ਦਾ ਗੇੜਾ ਹੈ। ਇਹ ਦੇਖ ਲਓ ਕਦੋਂ ਸਮਾਂ ਮਿਲਣਾ। ਆ ਜਿਹੜਾ ਮਨੁੱਖਾ ਦੇ 7 ਅਰਬ ਸਾਲ ਲੱਗਦੇ ਨੇ ਜੂਨਾਂ ਭੁਗਤਦਿਆਂ ਨੂੰ, 7 ਅਰਬ ਸਾਲ, ਜਿਹਦੇ ਵਿੱਚ ਦਰਖਤਾਂ ਦੀਆਂ, ਪੱਥਰਾਂ ਦੀਆਂ, ਸੂਰਾਂ ਦੀਆਂ, ਕੁੱਤਿਆਂ ਦੀਆਂ, ਕਾਵਾਂ ਦੀਆਂ ਇਹ ਜੂਨਾਂ ਖੜੀਆਂ ਨੇ। ਝਾਤੀ ਮਾਰ ਲਓ। ਇਹ 60 ਸਾਲ ਦੀ ਉਮਰ ਹੀ ਆ, 60-70 ਸਾਲ ਦੀ ਤੁਹਾਡੇ ਕੋਲ।
ਅੱਜ ਦਾ ਦਿਨ ਹੈ, ਮੈਂ ਤੁਹਾਨੂੰ ਇੱਕ ਬੇਨਤੀ ਕਰੂੰ, ਅੰਮ੍ਰਿਤ ਜ਼ਰੂਰ ਛਕੋ, ਨਹੀਂ ਤੇ ਨਗੁਰੇ ਚਲੇ ਗਏ, ਤੁਹਾਡੀ ਬਾਂਹ ਕਿਸੇ ਨੇ ਨਹੀਂ ਫੜਨੀ। ਇਹ ਤੇ ਗੁਰੂ ਕਲਗੀਧਰ ਪਾਤਸ਼ਾਹ ਹੀ ਤੁਹਾਡੀ ਬਾਂਹ ਫੜਨਗੇ ਜੇ ਉਹਨਾਂ ਦੇ ਸਿੱਖ ਬਣੋਗੇ ਤੇ। ਅੱਜ ਇਹਦੀਆਂ ਅਰਦਾਸਾਂ ਭਗਤ ਜੈਤਮਲ ਦੀਆਂ ਸਤਿਗੁਰੂ ਤੱਕ ਪਹੁੰਚੀਆਂ, ਗੁਰੂ ਨਾਨਕ ਪਾਤਸ਼ਾਹ ਤੱਕ। ਇਹਨੂੰ ਦਰਸ਼ਨ ਦੇਣ ਵਾਸਤੇ ਪਟਨੇ ਵਿੱਚ ਗਏ। ਸ਼ਾਮ ਦਾ ਵੇਲਾ ਸੀ ਜਦੋਂ ਗਏ। ਇਹਦਾ ਨਿਤ ਦਾ ਕਰਮ ਭਗਤ ਜੈਤਮਲ ਦਾ ਉਹ ਕੀ ਸੀ? ਇਹ ਪੂੜੀਆਂ ਤਿਆਰ ਕਰਦਾ ਸੀ, ਪੂੜੀਆਂ ਉਹ ਬਾਜ਼ਾਰ ਵਿੱਚ ਵੇਚਦਾ ਸੀ। 10 ਨੌਵਾਂ ਦੀ ਕਿਰਤ ਕਮਾਈ, ਉਹ ਵੇਚਣੀਆਂ, 4 ਪੈਸੇ ਬਚਣੇ, ਉਹ ਜਿਹੜੀ ਬਚਤ ਹੋਣੀ ਉਹਦੇ ਵਿੱਚੋਂ ਅੱਧੇ ਪੈਸੇ ਅਗਲੇ ਕਾਰੋਬਾਰ ਵਾਸਤੇ, ਅੱਧੇ ਪੈਸੇ ਜਿਹੜੇ ਸੀ ਉਹ ਗਰੀਬਾਂ ਵਿੱਚ ਲੰਗਰ ਚਲਾਉਣਾ। ਮਹਾਂਪੁਰਖ ਕਹਿੰਦੇ ਹੁੰਦੇ ਸੀ, ਜਿਹੜੀ ਗੋਲਕ ਵਿੱਚ ਪੈ ਗਈ ਇਹਦਾ ਫਲ ਕਦੇ ਪਤਾ ਨਹੀਂ ਕਿਸੇ ਚੋਰ ਦੇ ਹੱਥ ਆ ਜਾਣੇ। ਇਹੋ ਜਿਹੜੀ ਸੰਗਤ ਦੇ ਮੂੰਹ ਵਿੱਚ ਪੈ ਗਈ ਉਹਦਾ ਫਲ ਹੀ ਜਦੇ। ਮਹਾਰਾਜ ਨੇ ਕਿਹਾ ਨਾ, ਗੁਰੂ ਸਿੱਖ ਦਾ ਮੂੰਹ, ਸੰਗਤ ਦਾ ਮੂੰਹ ਮੇਰੀ ਗੋਲਕ ਹੈ। ਇਸ ਕਰਕੇ ਇਹ ਸੇਵਾ ਕਰਦਾ ਸੰਗਤਾਂ ਦੀ, ਉਹਦੇ ਵਿੱਚੋਂ ਵੀ। ਅੱਜ ਗੁਰੂ ਨਾਨਕ ਪਾਤਸ਼ਾਹ ਗਰੀਬਾਂ ਵਿੱਚ ਪੂੜੀਆਂ ਵਰਤਾ ਰਿਹਾ, ਲੰਗਰ ਵਰਤਾ ਰਿਹਾ। ਭਾਈ ਸਾਹਿਬ, ਭਾਈ ਬਾਲਾ ਜੀ, ਭਾਈ ਸਾਹਿਬ ਭਾਈ ਮਰਦਾਨਾ ਜੀ ਨਾਲ ਇਹਦੇ ਸਾਹਮਣੇ ਜਾ ਕੇ ਖੜ ਗਏ। ਅੱਖਾਂ ਵਿਰਲੀਆਂ ਨੇ ਜਿਹੜੀਆਂ ਗੁਰੂ ਨੂੰ ਪਛਾਣਦੀਆਂ ਨੇ। ਜਦੋਂ ਨਿਗਾਹ ਪਈ, ਕਮਾਈ ਸੀ, ਪਛਾਣ ਲਿਆ ਵੀ ਰੱਬ ਆ ਗਿਆ, ਨਿਰੰਕਾਰ ਆ ਗਿਆ। ਆਪਣਾ ਸੀਸ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਧਰ ਦਿੱਤਾ। ਮਹਾਰਾਜ ਬੜੀ ਕਿਰਪਾ ਕੀਤੀ, ਹੁਣ ਮੇਰੇ ਘਰੇ ਚਰਨ ਪਾਓ। ਇਹਦੇ ਘਰ ਗਏ, ਗੁਰਮੁਖ ਪਿਆਰਿਓ ਸੇਵਾ ਕੀਤੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਹੁਣ ਮੰਗ, ਕੀ ਮੰਗਦਾ ਤੂੰ? ਯਾਦ ਕਰਦਾ ਸੀ। ਹੁਣ ਇਹਨੇ ਬਚਨ ਕੀ ਕੀਤੇ, ਜਰਾ ਧਿਆਨ ਦੇ ਕੇ ਸੁਣਨ ਵਾਲੀ ਹੈ ਸਾਖੀ। ਪਟਨਾ ਸ਼ਹਿਰ ਦੀ, ਜਿੱਥੇ ਆਪਣੇ ਪਿਤਾ ਦਾ ਜਨਮ ਹੋਇਆ, ਉੱਥੋਂ ਦੇ ਬਾਰੇ ਸਾਨੂੰ ਗਿਆਨ ਵੀ ਚਾਹੀਦਾ ਹੈ। ਮੰਗ ਕੀ ਮੰਗਦਾ ਹੈ? ਸਤਿਗੁਰੂ ਜੀ, ਉਮਰ ਬੜੀ ਲੰਮੀ ਹੋ ਗਈ ਹੈ, ਜਾਣਾ ਸਾਰਿਆਂ ਨੇ ਹੀ ਹੈ, ਪਰ ਜੇ ਤੁਹਾਡੇ ਚਰਨਾਂ ਵਿੱਚ ਸਰੀਰ ਛੱਡਾਂ, ਮੇਰਾ ਅੰਤਮ ਕਿਰਿਆ ਜਿਹੜੀ ਹੈ ਉਹ ਆਪਣੇ ਹੱਥੀਂ ਕਰਕੇ ਜਾਇਓ। ਦੇਖੋ ਮੰਗ ਗੁਰਮੁਖਾਂ ਦੀ। ਗੁਰੂ ਨਾਨਕ ਪਾਤਸ਼ਾਹ ਹੱਸ ਪਏ, ਕਹਿਣ ਲੱਗੇ, ਕਰਾਂਗੇ ਤੇ ਆਪਣੇ ਹੱਥੀਂ, ਪਰ ਐਸ ਜਾਮੇ ਵਿੱਚ ਨਹੀਂ। ਭਗਤ ਜੈਤਮਲ 9ਵੇਂ ਜਾਮੇ ਵਿੱਚ ਆ ਕੇ, 9ਵੇਂ ਜਾਮੇ ਚ ਕਰਾਂਗੇ। ਮਹਾਰਾਜ ਉਮਰ ਬੜੀ ਲੰਮੀ ਹੈ, ਵਡੇਪਾ ਉਮਰ ਹੈ, ਮੇਰੇ ਨੇਮ ਦੇ ਵਿੱਚ ਕੋਈ ਫਰਕ ਨਾ ਪੈ ਜਾਵੇ। ਕੀ ਨੇਮ ਹੈ ਤੇਰਾ ਜ਼ਰੂਰੀ? ਮੇਰਾ ਨੇਮ ਹੈ ਜੀ, ਮੈਂ ਰਾਤ ਦੇ 12:15 ਵਜੇ ਮੇਰਾ ਇਸ਼ਨਾਨ ਗੰਗਾ ਜੀ ਤੇ ਜਾ ਕੇ ਹੈ। ਮੇਰੇ ਇਸ਼ਨਾਨ ਵਿੱਚ ਕੋਈ ਫਰਕ ਨਾ ਪੈ ਜਾਵੇ। ਜਦੋਂ ਇਹ ਬਚਨ ਕਹੇ ਤੇ ਸਤਿਗੁਰੂ ਜੀ ਮੁਸਕਰਾਏ, ਕਹਿਣ ਲੱਗੇ, ਜੈਤਮਲ ਹਜੇ ਵੀ ਗੰਗਾ ਦੀ ਲੋੜ ਹੈ? ਹੁਣ ਗੰਗਾ ਦੀ ਲੋੜ ਨਹੀਂ, ਹੁਣ ਗੰਗਾ ਨੂੰ ਤੇਰੀ ਲੋੜ ਹੈ, ਤੈਨੂੰ ਗੰਗਾ ਦੀ ਲੋੜ ਨਹੀਂ। ਗੰਗਾ ਨੂੰ ਤੇਰੇ ਵਰਗੇ ਮਹਾਂਪੁਰਖਾਂ ਦੇ ਚਰਨ ਧੂੜ ਦੀ ਲੋੜ ਹੈ। ਤੂੰ ਗੰਗਾ ਤੇ ਨਹੀਂ ਜਾਏਗਾ, ਅੱਜ ਤੋਂ ਗੰਗਾ ਹੀ ਤੇਰਾ ਇਸ਼ਨਾਨ ਤੇਰੇ ਘਰ ਆ ਕੇ ਕਰਾਇਆ ਕਰੇਗੀ। ਬਚਨ ਕੀਤਾ ਤੇ ਇਹਨੂੰ ਯਕੀਨ ਨਾ ਆਵੇ। ਸਤਿਗੁਰੂ ਜੀ ਕਹਿਣ ਲੱਗੇ, ਅੱਜ ਤੂੰ ਇਸ਼ਨਾਨ ਕਰਨ ਵਾਸਤੇ ਜਦੋਂ ਤੇਰਾ ਸਮਾਂ ਹੋਵੇ ਨਾ, ਤੂੰ ਗੰਗਾ ਤੇ ਨਹੀਂ ਜਾਣਾ, ਆਪਣੇ ਘਰ ਦੇ ਵਿੱਚ ਹੀ ਚੌਂਕੀ ਡਾਲ ਵੀ, ਕੱਪੜੇ ਖੋਲ ਕੇ ਚੌਂਕੜਾ ਮਾਰ ਕੇ ਬਹਿ ਜਵੀਂ। ਸਮਾਂ ਆਇਆ ਇਸ਼ਨਾਨ ਕਰਨ ਦਾ, ਬਸਤਰ ਖੋਲੇ, ਚੌਂਕੀ ਤੇ ਬੈਠ ਗਿਆ ਗੁਰੂ ਨਾਨਕ ਪਾਤਸ਼ਾਹ ਦੀ ਹਜ਼ੂਰੀ ਦੇ ਵਿੱਚ।
ਫਿਰ ਵੀ ਗੰਗਾ ਮਾਤਾ ਨੇ ਗਊ ਦਾ ਰੂਪ ਧਾਰਨ ਕੀਤਾ, ਗਾਂ ਦਾ। ਭਰਿਆ ਗੰਗਾ ਜਲ ਨਾਲ ਆਪਣਾ ਪੇਟ, ਮੂੰਹ ਰਾਹੀਂ ਪਾਣੀ ਗੰਗਾ ਜਲ ਇਹਦੇ ਉੱਪਰ ਪਾਇਆ ਤੇ ਇਹਦਾ ਇਸ਼ਨਾਨ ਇਹਦੇ ਘਰ ਵਿੱਚ ਕਰਾਇਆ। ਇਸ਼ਨਾਨ ਕੀਤਾ, ਵਸਤਰ ਪਹਿਨੇ ਤੇ ਗੁਰੂ ਸਾਹਿਬ ਨੂੰ ਲੱਗਾ ਕਹਿਣ, ਮਹਾਰਾਜ ਸੱਚਮੁੱਚ ਗੰਗਾ ਨੇ ਮੇਰਾ ਇਸ਼ਨਾਨ ਮੇਰੇ ਘਰ ਕਰਾਇਆ। ਸਤਿਗੁਰੂ ਜੀ ਕਹਿਣ ਲੱਗੇ, ਅੱਜ ਹੀ ਨਹੀਂ, ਜਿੰਨਾ ਚਿਰ ਸਾਡਾ 9ਵਾਂ ਜਾਮਾ ਨਹੀਂ ਨਾ ਆਉਂਦਾ, ਗੰਗਾ ਹਰ ਰੋਜ਼ ਇਸੇ ਤਰ੍ਹਾਂ ਤੇਰਾ ਇਸ਼ਨਾਨ ਕਰਾਇਆ ਕਰੇ। ਸੋ ਗੁਰਮੁਖ ਪਿਆਰਿਓ, ਸਮਾਂ ਬੀਤਿਆ। ਅੱਜ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ ਭਾਈ ਮਰਦਾਨਾ ਜੀ ਨੇ, ਜੇ ਆਪ ਜੀ ਦਾ ਹੁਕਮ ਹੋਵੇ, ਇਹ ਪਟਨਾ ਸ਼ਹਿਰ ਬੜੇ ਅਮੀਰ ਬੰਦਿਆਂ ਦਾ ਸ਼ਹਿਰ ਹੈ, ਇਹਨੂੰ ਘੁੰਮ ਕੇ ਵੇਖ ਆਵਾਂ। ਮਹਾਰਾਜ ਲੱਸ ਪਏ, ਕਹਿੰਦੇ ਮਰਦਾਨਿਆਂ ਨਾਲੇ ਸ਼ਹਿਰ ਦੇਖ ਕੇ ਆ, ਨਾਲੇ ਇੱਕ ਸਾਡਾ ਕੰਮ ਕਰਕੇ ਆ। ਸੱਜਾ ਚਰਨ ਚੱਕਿਆ ਧਰਤੀ ਤੋਂ ਗੁਰੂ ਨਾਨਕ ਪਾਤਸ਼ਾਹ ਨੇ, ਚਰਨ ਦੇ ਥੱਲਿਓਂ ਇੱਕ ਪੱਥਰ ਚੱਕਿਆ ਲਾਲ। ਮਰਦਾਨਿਆਂ ਇਹਦੀ ਕੀਮਤ ਵੀ ਪਵਾ ਕੇ ਆਵੇਂ। ਲੈ ਕੇ ਤੁਰ ਪਿਆ, ਸ਼ਹਿਰ ਘੁੰਮ ਆਇਆ। ਕਈਆਂ ਦੇ ਕੋਲ ਗਿਆ, ਕਬੀਰ ਸਾਹਿਬ ਬਚਨ ਕਰਦੇ ਨੇ ਉਹ ਸਮੇਂ ਵਾਸਤੇ। ਕਬੀਰ ਏਕ ਅਚੰਭਵ ਦੇਖਿਆ, ਹੀਰਾ ਹਾਟ ਬਕਾਏ, ਵਣਜਣ ਹਾਰੇ ਬਾਹਰਾ, ਕੌਡੀ ਬਦਲੇ ਜਾਏ। ਜਿਹਨੂੰ ਪਰਖ ਨਹੀਂ ਸੀ, ਉਹ ਕੋਈ 2-4 ਮੀਟਰ ਕੱਪੜਾ, ਕੋਈ ਕੁਝ ਆ ਗਿਆ। ਫੇਰ ਘੁੰਮ ਕੇ, ਮਹਾਰਾਜ ਤੁਸੀਂ ਕਹਿੰਦੇ ਹੋ ਬੜਾ ਕੀਮਤੀ ਹੈ, ਇਹਦੀ ਤੇ ਕੋਈ ਕੀਮਤ ਨਹੀਂ ਪਾ ਰਿਹਾ। ਮਹਾਰਾਜ ਲੱਗੇ ਕਹਿਣ, ਇਸ ਸ਼ਹਿਰ ਵਿੱਚ ਇੱਕ ਜੌਹਰੀ ਰਹਿੰਦਾ ਸਾਲ ਸਰਾਏ, ਉਹਦੇ ਕੋਲ ਜਾ। 7 ਬਚਨ ਕਹਿ ਕੇ ਫਿਰ ਉਹ ਲਾਲ ਲੈ ਲਿਆ, ਚਲਿਆ ਗਿਆ। ਹੁਣ ਹੀਰੇ ਲਾਲਾਂ ਦਾ ਸੁਦਾਗਰ ਜੌਹਰੀ ਕੋਈ ਮਾੜਾ ਮੋਟਾ ਬੰਦਾ ਨਹੀਂ ਸੀ, ਬਹੁਤ ਅਮੀਰ ਬੰਦਾ। ਇਹਦੇ ਦਰਬਾਨ ਪਹਿਰੇ ਤੇ ਖੜੇ ਨੇ ਕੋਠੀ ਅੱਗੇ। ਜਾ ਕੇ ਬੇਨਤੀ ਕੀਤੀ, ਮੈਂ ਗੁਰੂ ਨਾਨਕ ਪਾਤਸ਼ਾਹ ਦਾ ਰਵਾਬੀਆ ਸਿੱਖ, ਮਹਾਰਾਜ ਨੇ ਭੇਜਿਆ, ਮੈਂ ਮਿਲਣਾ ਸਾਲ ਸਰਾਏ ਨੇ। ਪੁੱਛਿਆ ਉਹਨਾਂ ਨੇ ਜਾ ਕੇ, ਉਹ ਕਹਿਣ ਲੱਗਾ ਆ ਲੈਣ ਦਿਓ। ਜਦੋਂ ਗਿਆ, ਨਮਸਕਾਰ ਕੀਤੀ, ਬਹਿ ਗਿਆ। ਮਹਾਰਾਜ ਮੈਨੂੰ ਗੁਰੂ ਨਾਨਕ ਪਾਤਸ਼ਾਹ ਨੇ ਭੇਜਿਆ ਪਟਨੇ ਦੇ ਵਿੱਚ, ਆ ਬਹੁਤ ਕੀਮਤੀ ਚੀਜ਼ ਹੈ, ਤੁਹਾਡੇ ਕੋਲ ਭੇਜਿਆ, ਇਹਦੀ ਕੀ ਕੀਮਤ ਹੈ? ਲਾਲ ਅੱਗੇ ਰੱਖ ਦਿੱਤਾ। ਸਾਲ ਸਰਾਏ ਜੌਹਰੀ ਨੇ ਇਹਦੀ ਪਰਖ ਕੀਤੀ। ਪਰਖ ਕਰਨ ਤੋਂ ਬਾਅਦ ਵਿੱਚ ਉਸ ਜ਼ਮਾਨੇ ਦਾ ਚਾਂਦੀ ਦਾ 500 ਰੁਪਈਆ ਖਜ਼ਾਨੇ ਵਿੱਚੋਂ ਮੰਗਵਾਇਆ, ਇਸ ਲਾਲ ਦੇ ਅੱਗੇ ਰੱਖ ਕੇ ਇਹਨੂੰ ਮੱਥਾ ਟੇਕਿਆ, ਜਿਹੜਾ ਸੱਜੇ ਚਰਨ ਥੱਲਿਓਂ ਲਾਲ ਚੱਕ ਕੇ ਦਿੱਤਾ ਸੀ। ਮਰਦਾਨਾ ਲੱਗਾ ਕਹਿਣ, ਜੀ ਇਹਦੀ ਕੀਮਤ ਹੈ। ਜੌਹਰੀ ਕਹਿਣ ਲੱਗਾ, ਭਾਈ ਤੂੰ ਚੱਕੀ ਤੇ ਫਿਰਦਾ, ਪਰ ਮੈਨੂੰ ਲੱਗਦਾ ਇਹਦੀ ਪਛਾਣ ਤੈਨੂੰ ਵੀ ਨਹੀਂ ਹੈ, ਇਹਦੀ ਕੀਮਤ ਨਹੀਂ ਹੈ। ਇਹ ਤਾਂ ਸਿਰਫ ਇਸ ਲਾਲ ਦੀ ਦਰਸ਼ਨੀ ਭੇਟ ਹੈ, ਦਰਸ਼ਨੀ ਭੇਟਾ। ਅੱਜ ਤੋਂ 500 ਸਾਲ ਪਿੱਛੇ ਜਾਓ, ਉਦੋਂ ਦਾ 500 ਰੁਪਈਆ, ਜਦੋਂ 100 ਦਾ ਨੋਟ ਪੂਰੇ ਪਿੰਡ ਵਿੱਚੋਂ ਇਕੱਠਾ ਨਹੀਂ ਸੀ ਹੁੰਦਾ, ਉਹ ਦਰਸ਼ਨੀ ਭੇਟਾ ਦਿੱਤੀ। ਮਰਦਾਨਾ ਲੈ ਕੇ ਸਤਿਗੁਰਾਂ ਦੇ ਚਰਨਾਂ ਚ ਆਇਆ, ਮਹਾਰਾਜ ਦਰਸ਼ਨੀ ਭੇਟਾ 500 ਦਿੱਤੀ ਹੈ, ਲਾਲ ਵੀ ਮੋੜ ਦਿੱਤਾ ਹੈ। ਮਹਾਰਾਜ ਲੱਗੇ ਕਹਿਣ, ਤੈਨੂੰ ਭੇਟਾ ਲੈਣ ਥੋੜੀ ਭੇਜਿਆ ਸੀ, ਤੈਨੂੰ ਤੇ ਕਿਹਾ ਸੀ ਇਹਦੀ ਕੀਮਤ ਪਵਾ ਕੇ ਆ। ਉਹਦੇ ਕੋਲੋਂ ਕੀਮਤ ਪਵਾ, ਜੇ ਕੀਮਤ ਨਾ ਪਾਵੇ ਤੇ ਪੈਸੇ ਨਾ ਲੈ ਕੇ ਆਵੀਂ, ਇਹ ਮੋੜ ਕੇ ਆਵੀਂ। ਪੈਸੇ ਵੀ ਤੇ ਲਾਲ ਵੀ ਲੈਣ ਦਾ ਭਾਈ ਮਰਦਾਨਾ ਜੀ ਨੇ। ਆ ਗਿਆ ਫੇਰ, ਜੌਹਰੀ ਸਾਹਿਬ ਮੇਰੇ ਗੁਰੂ ਦਾ ਹੁਕਮ ਹੈ, ਇਹਦੀ ਕੀਮਤ ਪਾਓ, ਜੇ ਕੀਮਤ ਨਹੀਂ ਪਾ ਸਕਦੇ ਤੇ ਪੈਸੇ ਨਹੀਂ ਮੈਂ ਖੜਨੇ, ਇਹ ਰੱਖ ਲਓ ਆਪਦੀ ਮਾਇਆ। ਜਦੋਂ ਇਹ ਬਚਨ ਕਹੇ
ਸਾਲਸਰਾਏ ਜੌਹਰੀ ਕਹਿੰਦਾ, ਜਿਸ ਮੈਂ ਆਪਣੇ ਗੁਰੂ ਕੋਲੋਂ, ਉਸਤਾਦ ਕੋਲੋਂ ਹੀਰੇ ਲਾਲਾਂ ਦਾ ਵਣਜ ਵਪਾਰ ਕਰਨਾ ਸਿੱਖਿਆ ਹੈ ਨਾ, ਉਹਦਾ ਹੁਕਮ ਸੀ ਜੇ ਇਹੋ ਜੀ ਕਿਸਮ ਦਾ ਲਾਲ ਆਵੇ ਉਹਦੀ ਦਰਸ਼ਨੀ ਭੇਟਾ ਜ਼ਰੂਰ ਦੇਣੀ ਹੈ। ਤੇਰੇ ਗੁਰੂ ਦਾ ਹੁਕਮ ਹੈ ਲੈਣੀ ਨਹੀਂ, ਮੇਰੇ ਗੁਰੂ ਦਾ ਹੁਕਮ ਹੈ ਦੇਣੀ ਜ਼ਰੂਰ ਹੈ। ਇਹ ਮੈਂ ਰੱਖ ਨਹੀਂ ਸਕਦਾ। ਮਰਦਾਨਾ ਕਹਿੰਦਾ ਮੈਂ ਖੜ ਨਹੀਂ ਸਕਦਾ, ਜਾਂ ਇਹਦੀ ਕੀਮਤ ਪਾ। ਜੌਹਰੀ ਕਹਿੰਦਾ ਮੈਂ ਕੀਮਤ ਪਾ ਨਹੀਂ ਸਕਦਾ, ਬੜਾ ਕੀਮਤੀ ਲਾਲ ਹੈ, ਮੈਂ ਭੇਟਾ ਦੇਣੀ ਜ਼ਰੂਰ ਹੈ। ਹੁਣ ਜਿਹਦਾ ਪੈ ਗਈ। ਫਿਰ ਸਾਲਸਰਾਏ ਮਨ ਦੇ ਵਿੱਚ ਇੱਕ ਅੰਦਰੋਂ ਆਵਾਜ਼ ਆਈ ਵੀ ਕੈਸਾ ਗੁਰੂ ਆਇਆ ਹੈ, ਜਿਵੇਂ ਬਾਬਾ ਜਸ਼ਪ੍ਰੀਤ ਜੀ ਦੱਸ ਕੇ ਗਏ ਨੇ। ਗੁਰਮੁਖ ਪਿਆਰਿਓ, ਵੀ ਜਿਹੜਾ ਪੈਸਿਆਂ ਨੂੰ ਮੋੜ ਰਿਹਾ ਵੀ ਪੈਸੇ ਨਹੀਂ ਲੈਣੇ, ਜੇ ਕੋਈ ਹੋਰ ਹੁੰਦਾ ਬੋਝੇ 'ਚ ਪਾ ਕੇ ਚਲਿਆ ਜਾਂਦਾ। ਬਾਬਾ ਨੰਦ ਸਿੰਘ ਜੀ ਮਹਾਰਾਜ ਜਦੋਂ ਦਿੱਲੀ ਗਏ, ਵਿਰਲਾ ਸੇਠ ਆਇਆ ਬਾਬਾ ਜੀ ਦੇ ਚਰਨਾਂ 'ਚ ਤੇ 1 ਲੱਖ ਰੁਪਈਆ ਮੱਥਾ ਟੇਕਿਆ ਉਹਨੇ ਬਾਬਾ ਜੀ ਨੂੰ। ਬਾਬਾ ਜੀ ਕਹਿਣ ਲੱਗੇ ਭਾਈ ਕੀ ਹੈ? ਕਹਿਣ ਲੱਗਾ ਮਹਾਰਾਜ ਮੋਟੀ ਲక్ష్ਮੀ ਹੈ। ਤੇ ਬਾਬਾ ਜੀ ਕਹਿੰਦੇ ਅਸੀਂ ਤੇ ਚੋਲੇ ਨੂੰ ਜੇਬਾਂ ਵੀ ਨਹੀਂ ਲਵਾਈਆਂ, ਅਸੀਂ ਕੀ ਕਰਨੀ ਹੈ ਮਾਇਆ? ਨਹੀਂ ਮਹਾਰਾਜ। ਬਾਬਾ ਜੀ ਜਦੋਂ ਨਾ ਮੰਨੇ, ਇਹ ਪਤਾ ਕੀ ਕਿਹਾ ਇਹਨੇ? ਕਹਿਣ ਲੱਗਾ ਜੀ ਮੇਰੇ ਵਰਗਾ ਤੁਹਾਨੂੰ ਮੁੜ ਕੇ ਦਾਨੀ ਨਹੀਂ ਮਿਲਣਾ। ਵਿਰਲਾ ਸੇਠ ਧੰਨ ਬਾਬਾ ਨੰਦ ਸਿੰਘ ਜੀ ਲੱਗੇ ਕਹਿਣ, ਵਿਰਲਿਆ ਤੇਰੇ ਵਰਗੇ ਦਾਨੀ ਤੇ ਲੱਖਾਂ ਤੁਰੇ ਫਿਰਦੇ ਨੇ, ਮੇਰੇ ਵਰਗਾ ਤੈਨੂੰ ਤਿਆਗੀ ਇੱਕ ਨਹੀਂ ਮਿਲਣਾ। ਜੇ ਕੋਈ ਹੋਰ ਹੁੰਦਾ ਤੈਨੂੰ ਆਸ਼ੀਰਵਾਦ ਦਿੰਦਾ, ਬੋਝੇ 'ਚ ਪਾਉਂਦਾ ਤੇ ਤੁਰ ਪੈਂਦਾ ਆਪਣੇ ਠਾਠ ਸਥਾਨ ਵੱਲ ਨੂੰ। ਮੇਰੇ ਵਰਗਾ ਤਿਆਗੀ ਨਹੀਂ ਮਿਲਣਾ। ਇਹ ਹੈ ਕਮਾਈਆਂ ਮਹਾਂਪੁਰਖਾਂ ਦੀਆਂ। ਇਹੀ ਬਚਨ ਗੁਰੂ ਨਾਨਕ ਪਾਤਸ਼ਾਹ ਦਾ। ਹੁਣ ਮਨ ਵਿੱਚ ਆਈ ਜੌਹਰੀ ਦੇ ਖਿਆਲ, ਐਸੇ ਗੁਰੂ ਦੇ ਦਰਸ਼ਨ ਕਰੀਏ ਚੱਲ ਕੇ, ਜਿਹੜਾ ਪੈਸੇ ਮੋੜ ਰਿਹਾ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਉੱਠੇ ਜੈਤਮਲ ਦੇ ਸਥਾਨ ਤੋਂ ਤੇ ਗੁਰਮੁਖ ਪਿਆਰਿਓ ਬਾਹਰ ਇੱਕ ਨਵੇਕਲੀ ਜਗ੍ਹਾ ਤੇ ਆਣ ਕੇ ਬੈਠ ਗਏ। ਇੱਥੇ ਸੰਗਤਾਂ ਦਾ ਹਜੂਮ ਇਕੱਠਾ ਹੋ ਗਿਆ ਤੇ ਇੱਕ ਸਾਲਸਰਾਏ ਨੰਗੇ ਪੈਰੀ ਆਪਣੇ ਨੌਕਰਾਂ ਚਾਕਰਾਂ ਦੇ ਸਿਰਾਂ ਦੇ ਉੱਤੇ ਪ੍ਰਸ਼ਾਦ ਦੇ ਟੋਕਰੇ, ਪਦਾਰਥਾਂ ਦੇ ਟੋਕਰੇ ਚੁਕਾ ਦਿੱਤੇ ਵੀ ਉਹ ਗੁਰੂ ਦੇ ਦਰਸ਼ਨ ਕਰੀਏ। ਨੰਗੇ ਪੈਰੀ ਚੱਲਣਾ। ਹੁਣ ਜਦੋਂ ਅਮੀਰ ਬੰਦਾ ਤੁਰਦਾ ਹੈ ਨਾ, ਉਹਦੇ ਮਗਰ ਲੋਕ ਦੇਖਾ ਦੇਖੀ ਬੜੇ ਤੁਰ ਪੈਂਦੇ ਨੇ ਵੀ ਐਡਾ ਅਮੀਰ ਬੰਦਾ ਚੱਲਿਆ ਕਿੱਥੇ ਹੈ। ਕੁਝ ਤੇ ਗੁਰੂ ਨਾਨਕ ਪਾਤਸ਼ਾਹ ਦੇ ਦਰਸ਼ਨ ਕਰਨ ਵਾਲੇ ਸਿੱਖ, ਕੁਝ ਸਾਲਸਰਾਏ ਜੌਹਰੀ ਦੇ ਮਗਰ ਚੱਲ ਪਏ। ਪਟਨੇ ਵਿੱਚ ਬਹੁਤ ਵੱਡਾ ਇੱਕ ਇਕੱਠ ਹੋ ਗਿਆ। ਜਦੋਂ ਗਏ, ਸਭ ਤੋਂ ਪਹਿਲਾਂ ਸਾਲਸਰਾਏ ਜੌਹਰੀ ਦੇ ਨੌਕਰ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਮੱਥਾ ਟੇਕਿਆ, ਜਿਹਦਾ ਨਾਂ ਸੀ ਅਦਰਕਾ। ਉਹਨੇ ਮੱਥਾ ਟੇਕਿਆ ਤੇ ਜਦੋਂ ਸਾਲਸਰਾਏ ਜੌਹਰੀ ਮੱਥਾ ਲੱਗਾ ਨਾ ਟੇਕਣ, ਤੇ ਸਤਿਗੁਰਾਂ ਨੇ ਬਾਂਹ ਤੋਂ ਫੜ ਲਿਆ। ਫਿਰ ਉੱਥੇ ਬਚਨ ਕੀਤੇ। ਮਹਾਰਾਜ ਲੱਗੇ ਕਹਿਣ, ਸੁਣ ਸਾਲਸਰਾਏ ਜੌਹਰੀ ਆਪਣਾ ਮੂਲ ਪਛਾਣ। ਮਹਾਰਾਜ ਕਹਿਣ ਲੱਗੇ ਉਹ ਸਾਰੀ ਜ਼ਿੰਦਗੀ ਨਿਕਲ ਚੱਲੀ ਹੈ ਤੇਰੀ, ਹੀਰੇ ਲਾਲਾਂ ਦਾ ਵਣਜ ਵਪਾਰ ਕਰਦੇ ਆ। ਇਹ ਤੇ ਆਉਂਦੇ ਜਾਂਦੇ ਨੇ, ਕਦੀ ਆ ਮਨੁੱਖਾ ਦੇ ਮਾਨਕ ਲਾਲ ਦੀ ਕੀਤੀ ਹੈ ਪਰਖ। ਇਹ ਤੈਨੂੰ ਮਿਲਿਆ ਕਾਦੇ ਵਾਸਤੇ ਹੈ? ਬਸ ਇੱਕੋ ਹੀ ਤੀਰ ਲੱਗ ਗਿਆ ਹਿਰਦੇ ਦੇ ਵਿੱਚ, ਅੱਖਾਂ ਚੋਂ ਜਲ ਆ ਗਿਆ। ਕੀ ਬਚਨ ਕੀਤੇ? ਮਹਾਰਾਜ ਲਾਲਾਂ ਦੀ ਪਰਖ ਕਰਨੀ ਮੇਰੇ ਉਸਤਾਦ ਗੁਰੂ ਨੇ ਦੱਸੀ ਹੈ। ਹੁਣ ਇਹ ਮਨੁੱਖਾ ਦੇਹ ਦੀ ਪਰਖ ਕਰਨੀ ਤੁਸੀਂ ਦੱਸ ਦਿਓ। ਕਹਿੰਦੇ ਸਾਲਸਰਾਏ ਕੰਮ ਬੜਾ ਔਖਾ ਹੈ, ਮਹਾਰਾਜ ਕਰੋ ਕਿਰਪਾ। ਕਹਿੰਦੇ ਆ ਕੌਣ ਖੜਾ ਹੈ?
जी मेरा गोला मेरा नौकर। महाराज कहंदे जेड़ी चीज तैनू देनी सी ना वस्तु वो तेरे तो पहला मत्था टेक के ये लै गया। हुण जे तू लैनी है ते परख करनी है, हुण अपना सिर अपने नौकर दे पैरां ते रख, टेक इनू मत्था। गुरमुख प्यारिओ, पटने दा सब तो अमीर बंदा, हीरे लालां दा सुदागर, अरबां करोड़ां पति, ते गुरु नानक पातशाह कह रहे ने टेक नौकर नूं मत्था। हुण अपने वल झाती मारो, जे आपां हुंदे ते की करदे। आपां ते गलतियां करके भी माफी नहीं मंगते। गुरु साहब की कहिंदे ने आपां नूं। कई वारी जिंदगी दे विच ना अपनी च बड़े बड़े आपां इहो जे कर्म कर जाने जिहड़े करन वाले नहीं हुंदे। फिर आपां की करदे हां, जदों आपां नूं याद आउंदी है, आपां फिर वो भुल बख्शाउण वास्ते आउंदे आ गुरु दे चरनां च, गुरु ग्रंथ साहिब जी महाराज दे। ते जदों तू सिक्खा आउना है ना, फिर सतगुरु जी पता की कहिंदे ने? वो कहिंदे ने क्या मूंह लै कीचे अरदास। कहिंदे जेड़ा तू काम करके आया है, हुण तू केड़ा मूंह लैके आया मेरे अगे अरदास करदा है? ये करन तो पहला सोचना सी भी मैं गुरु दा हां, गुरु का सिख हां, ये मेरा फर्ज बनदा है। क्या मूंह लै कीचे अरदास, जेदे कोल आया पाप पुन्न दोए साखी पास। ओनू तां तेरे आउण तो पहला ही पता तू आ चंद चाड़ के आया। इस करके महापुरख कहंदे हुंदे सी, जे कोई इहो जिहा काम कीता ओदी माफी ना मंगिया करो, नोट कर लियो। कहंदे ओदी माफी ना मंगियो, ओ ना तेरे कीते गुनाह माफ होने ही ने। ओ बेनती ये करया करो, महाराज ये काम मैं कर लिया, इहदी सजा जरूर मिलनी है, पर इहनूं हुण व्याज ना लायो। जे व्याज लग गया तो मेरे सिरों करजा नहीं उतरना। मैं तो 84 दे चक्कर च पै गया। ये हुण किरपा करो इसे जन्म च ही ये लेखा जोखा साफ कर दिओ। गुरमुख प्यारे सालसराए जौहरी कहन लगा, महाराज जी ये तां फेर बंदा है, जे तुहाडा हुक्म होवे मैं पटना शहर दे कुत्तियां दे भी चरण धो धो के पी जावां। कैसा सिख सी। बस कहण दी ढेर अपना सिर अपने नौकर दे पैरां ते रख दिता। फिर भी गुरु नानक खुश हो गया। जेड़े बचन मनते ने ना गुरु दा, गुरु उन्हां ते खुश हुंदा है। जिथे चौंकड़ा मार के बैठे सी ना सतगुरु, उठ के खड़ गए, फड़िया बांह तो गलवकड़ी दे विच लै लिया, जफ्फी पा ली प्यार दे नाल। ओ ज्ञान दा भंडारा जिन्हों बड़े बड़े जोगी लोग धूणियां ता के जल धारे करके बाबा फरीद जी वांगू खूहां दे मनां च पुट्ठे लटक के रब नूं लभदे रहे। पर गुरमुख प्यारिओ रब मिलिया फिर उन्हां दे कोलों जेड़े मिले होए सी एडियां बंदगियां करके। जदों गल वकड़ी दे विच लिया, ओ ज्ञान दा भंडारा फिर इहदे हिरदे विच टका दिता। सालसराए जौहरी दे आनंद आ गया। हुण बेनती करदा, महाराज जिथे हिरदे नूं ठंडा ठार कीता, हुण घरे भी चरण पाओ। आपदे महलां च लै गया। जदों गया लंगर दे भंडारे खोल दिते। सतगुरु जी जेदे घरे जांदे ना, कहंदे जो कुछ है लुटा दे, ये नहीं रखना। साडे महापुरख भी कहंदे हुंदे सी, जोड़ी जाने आ कौडी कौडी जोड़ के, जोड़े लाख करोड़, अंत बार कछ ना गयो, लई लंगोटी तोर। ये जेड़े जोड़दे है ना, ਇਹ ਤੇ ਪਾਪਾਂ ਦੀਆਂ ਪੰਡਾਂ ਆਪਾਂ ਬੰਨੀ ਜਾਂਦੇ ਆ। ਬਾਬਾ ਨੰਦ ਸਿੰਘ ਜੀ ਦੇ ਬਚਨ ਕਹਿੰਦੇ, ਜਿੱਥੇ ਚੀਜ਼ ਖੜ ਜਵੇ ਨਾ
ਕਿਸੇ ਦਰਿਆ ਦਾ ਪਾਣੀ ਖੜ ਜਵੇ ਉਹ ਪਾਣੀ ਗੰਧਲਾ ਹੋ ਜਾਂਦਾ। ਇਹ ਵਗਦੇ ਹੀ ਦਰਿਆ ਚੰਗੇ ਲੱਗਦੇ ਆ। ਆਈਆਂ ਚਲਾਈਆਂ ਚੱਲਦੀਆਂ ਰਹਿਣ, ਬਸ ਇਹੀ ਵੱਡੀ ਗੱਲ ਹੈ। ਜੇ ਇਕੱਠੀ ਕਰ ਗਈ ਇਹ ਤੇ ਗੁਰਮੁਖ ਪਿਆਰਿਓ ਕਈ ਪੀੜ੍ਹੀਆਂ ਨੂੰ ਖਾ ਜਾਂਦੀ ਹੈ। ਜੋੜਨਾ ਨਹੀਂ। ਇਧਰੋਂ ਆਇਆ ਆਵੇ ਜਾਵੇ ਹਰ ਕੇ ਲੇਖੇ, ਸਾਧੂ ਖੜਾ ਤਮਾਸ਼ਾ ਵੇਖੇ। ਮਹਾਂਪੁਰਖ ਤੇ ਤਮਾਸ਼ੇ ਹੀ ਵੇਖਦੇ ਨੇ, ਆਈ ਜਾਂਦਾ ਜਾਈ ਜਾਂਦਾ। ਇਸੇ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਖੋਲਦੇ ਖਜ਼ਾਨਿਆਂ ਦੇ ਮੂੰਹ, ਜੋ ਕੁਝ ਹੈ ਲੁਟਾ, ਇਹ ਰੱਖਣਾ ਨਹੀਂ। ਬਸ ਸਤ ਬਚਨ ਵੰਡਣ ਲੱਗ ਪਿਆ। ਮਾਇਆ ਵੰਡੀ ਜਾਂਦਾ, ਪਦਾਰਥ ਕੱਪੜੇ ਵੰਡੀ ਜਾਂਦਾ, ਲੰਗਰ ਚਲੀ ਜਾਂਦਾ। ਅੱਜ 10 ਦਿਨ ਬੀਤ ਗਏ, ਕਿਤੇ ਇਹ ਨਾ ਸੋਚਿਓ ਵੀ ਲਟਾਇਆ ਜਿੱਥੇ ਗੁਰੂ ਆ ਗਿਆ ਉਹ ਚੀਜ਼ਾਂ ਮੁੱਕ ਜਾਣਗੀਆਂ। ਜਿੱਥੇ ਤੇ ਗੁਰੂ ਆ ਗਿਆ ਉੱਥੇ ਤੇ ਪਦਾਰਥ ਹੱਥ ਜੋੜ ਕੇ ਖੜੇ ਨੇ। ਬਾਬਾ ਨਾਨਕ ਸਿੰਘ ਜੀ ਕਹਿੰਦੇ ਸਿੱਖਾ ਆਪਣਾ ਮੂੰਹ ਗੁਰੂ ਵੱਲ ਕਰ, ਪਦਾਰਥ ਤੇ ਕੰਧਾਂ ਟੱਪ ਟੱਪ ਕੇ ਤੇਰੇ ਕੋਲ ਆ ਜਾਣਗੇ। ਇਹ ਤੇ ਕੰਧਾਂ ਟੱਪ ਟੱਪ ਕੇ ਆਉਣਗੇ ਤੇਰੇ ਕੋਲ। ਬਸ ਤੂੰ ਸਿੱਧਾ ਚਾਹੀਦਾ ਤੇਰਾ ਮੂੰਹ ਗੁਰੂ ਵੱਲ ਹੋਵੇ। ਗੁਰਮੁਖ ਪਿਆਰਿਓ ਵੰਡਦਾ ਪਰ ਮੁੱਕਦਾ ਨਹੀਂ। ਰਾੜੇ ਵਾਲੇ ਮਹਾਂਪੁਰਖ ਪੜ੍ਹਦੇ ਹੁੰਦੇ ਸੀ, ਜਿੱਥੇ ਆਪ ਹੀ ਵਾਹਿਗੁਰੂ ਆ ਜੇ ਉੱਥੇ ਘਾਟਾ ਕਿਹੜੀ ਗੱਲ ਦਾ। ਵੰਡੀ ਜਾਂਦਾ। 10 ਦਿਨ ਬੀਤ ਗਏ। ਸਤਿਗੁਰਾਂ ਨੇ ਬੁਲਾਇਆ, ਸਾਲ ਸਰਾਏ ਹੁਣ ਅਸੀਂ ਵੀ ਜਾਣਾ ਹੈ। ਸੰਗਤ ਬਹੁਤ ਪਿਆਰ ਵਾਲੀ ਯਾਦ ਕਰਦੀ ਹੈ। ਜਦੋਂ ਜਾਣ ਦਾ ਸੁਣਿਆ ਚਰਨ ਫੜ ਲੈ, ਨਹੀਂ ਜਾਣ ਦੇਣਾ। ਪਿਆਰ ਦੇਖਿਆ ਕੁਝ ਦਿਨ ਹੋਰ ਰਹੇ। ਫਿਰ ਮਹਾਰਾਜ ਲੱਗੇ ਕਹਿਣ ਜਾਣਾ। ਫਿਰ ਵਿਰਾਗ ਚ ਆ ਗਿਆ, ਚਰਨ ਫੜ ਲੈ, ਛੱਡੇ ਹੀ ਨਾ। ਸਾਲ ਸਰਾਏ ਨਹੀਂ ਜਾਣ ਦੇਣਾ। ਕੁਝ ਦਿਨ ਹੋਰ ਰਹੇ। ਅੱਜ ਤੀਜੀ ਵਾਰੀ ਫੇਰ ਬੁਲਾਇਆ, ਹੁਣ ਨਾ ਰੋਕੀ। ਤੇਰੇ ਵਾਂਗੂ ਹੋਰ ਬੜੇ ਪਿਆਰ ਵਾਲੇ ਨੇ, ਉਹ ਵਾਜਾਂ ਮਾਰਦੇ ਨੇ, ਯਾਦ ਕਰਦੇ ਨੇ, ਜਾਣਾ ਹੈ। ਕਹਿਣ ਲੱਗਾ ਮਹਾਰਾਜ ਜੇ ਜਾਣਾ ਹੈ ਨਾ ਹੁਣ ਦੱਸ ਕੇ ਜਾਓ, ਫਿਰ ਕਦੋਂ ਆਓਗੇ? ਫਿਰ ਆਉਣਾ ਪੈਣਾ। ਕਹਿਣ ਲੱਗੇ ਸਾਲ ਸਰਾਏ ਬਚਨ ਝੂਠਾ ਨਹੀਂ ਕਰਨਾ, ਸਾਡੇ ਕੋਲੋਂ ਆਇਆ ਨਹੀਂ ਜਾਣਾ। ਕਹਿੰਦਾ ਜੇ ਆਇਆ ਨਹੀਂ ਜਾਣਾ ਮੈਂ ਜਾਣ ਨਹੀਂ ਦੇਣਾ। ਹੁਣ ਵੀ ਦੇਖੋ ਗੁਰੂ ਤੇ ਸਿੱਖ ਦਾ ਪਿਆਰ। ਗੁਰੂ ਦੇ ਚਰਨ ਫੜੇ ਨੇ, ਵਿਰਾਗ ਦੇ ਵਿੱਚ ਚਰਨ ਧੋ ਦਿੱਤੇ ਰੋ ਰੋ ਕੇ। ਨਹੀਂ ਜਾਣ ਦੇਣਾ। ਜਾਣਾ ਤੇ ਦੱਸੋ ਆਓਗੇ ਕਦੋਂ? ਵੀ ਬਚਨ ਝੂਠਾ ਨਹੀਂ ਕਰਨਾ, ਆਇਆ ਨਹੀਂ ਜਾਣਾ। ਜਦੋਂ ਖਹਿੜਾ ਕੀਤਾ ਨਾ ਹੁਣ ਵੀ ਗੁਰੂ ਨਾਨਕ ਫਿਰ ਖੁਸ਼ ਹੋ ਗਿਆ। ਇਹੋ ਜੀਆਂ ਖੁਸ਼ੀਆਂ ਗੁਰੂ ਕੋਲੋਂ ਮੰਗੀਏ ਆਪਾਂ। ਕਹਿਣ ਲੱਗੇ ਸਾਲ ਸਰਾਏ ਹੁਣ ਆਇਆ ਤਾਂ ਨਹੀਂ ਜਾਣਾ, ਪਰ ਤੈਨੂੰ ਇੱਕ ਬਚਨ ਦੇ ਕੇ ਜਾਣੇ ਆ। 10ਵੇਂ ਜਾਮੇ ਦਾ ਅਵਤਾਰ ਤੇਰੇ ਘਰ ਆ ਕੇ ਧਾਰਾਂਗੇ। 10ਵੇਂ ਜਾਮੇ ਦਾ ਅਵਤਾਰ ਤੇਰੇ ਘਰ ਆ ਕੇ ਲਵਾਂਗੇ। ਇਹ ਪਹਿਲੀ ਪਾਤਸ਼ਾਹੀ, ਇਹ ਗੁਰੂ ਨਾਨਕ ਪਾਤਸ਼ਾਹ ਨੇ ਬਚਨ ਕੀਤਾ ਸੀ ਸਾਲ ਸਰਾਏ ਨੇ। ਤੇ ਗੁਰਮੁਖ ਪਿਆਰਿਓ ਫਿਰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਗਏ। ਉਹ ਜਿਹੜੀ 300 ਸਾਲ ਦਾ ਸਾਧੂ ਭਾਈ ਜੈਤਾ ਮੱਲ ਉਹ ਵੀ ਉਡੀਕ ਰਿਹਾ ਸੀ। ਮਹਾਰਾਜ ਗਏ, ਇਹਨੇ ਫਿਰ 9ਵੇਂ ਪਾਤਸ਼ਾਹ ਦੇ ਚਰਨਾਂ 'ਚ ਹੀ ਸਰੀਰ ਛੱਡਿਆ। ਸਾਰੀ ਕਿਰਿਆ ਅੰਤਮ ਕਿਰਿਆ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਪਣੇ ਹੱਥੀਂ ਕੀਤੀ। ਕਿਹਾ ਸੀ 9ਵੇਂ ਜਾਮੇ ਵਿੱਚ ਕਰਾਂਗੇ। ਤੇ ਗੁਰੂ ਕੇ ਮਹਿਲ ਮਾਤਾ ਗੁਜਰੀ ਜੀ ਜਦੋਂ ਬਾਜਾਂ ਵਾਲੇ ਦਾ ਅਵਤਾਰ ਹੋਇਆ ਨਾ, ਉਹ ਸਾਲ ਸਰਾਏ ਜੌਹਰੀ ਦਾ ਘਰ ਸੀ, ਜਿੱਥੇ ਅੱਜ ਆਪਾਂ ਤਖਤ ਤੇ ਜਾ ਕੇ ਮੱਥਾ ਟੇਕਦੇ ਆਂ। ਇਹ ਉਹ ਘਰ ਹੈ ਸਾਲ ਸਰਾਏ ਦਾ, ਜਿੱਥੇ ਬੈਠ ਕੇ ਪਹਿਲੇ ਜਾਮੇ ਵਿੱਚ ਬਚਨ ਕੀਤੇ ਸੀ। 10ਵੇਂ ਜਾਮੇ ਦਾ ਅਵਤਾਰ ਤੇਰੇ ਘਰ ਆ ਕੇ ਧਾਰਾ। ਗੁਰਮੁਖ ਪਿਆਰਿਓ ਅੱਜ ਦਾ ਦਿਨ ਜਿਹੜਾ ਮਨਾਇਆ ਜਾ ਰਿਹਾ 350 ਸਾਲਾਂ ਤੇ ਧੰਨ ਬਾਬਾ ਮਹਾ ਹਰਨਾਮ ਸਿੰਘ ਜੀ, ਇਹ ਗੁਰੂ ਨਾਨਕ ਪਾਤਸ਼ਾਹ ਦੇ ਬਚਨ ਜਿੱਤਿਆ। 10 ਜਾਮੇ ਸਰਗੁਣ, 11ਵਾਂ ਜਾਮਾ ਨਿਰਗੁਣ ਸ਼ਬਦ ਰੂਪ।
श्री गुरु ग्रंथ साहिब महाराज। 74 जामे असीं महापुरखां दा रूप लैके आवांगे। उन्हां जामिਆਂ ਦੇ ਵਿੱਚੋਂ ਧੰਨ ਧੰਨ बाबा महा हरनाम सिंह जी अपने इलाके दे नगर दे लागे बन्ने वालियां संगतां दे अपने बड़े वड्डे भाग ने। एडे वड्डे महापुरख धन धन बाबा महारनाम सिंह जी जिन्हां दा नां लैके दुनिया पैर फड़ लैंदी है, उन्हां दा अवतार इत्थे होया, जिन्हां ने बड़ियां वड्डियां बरकतां बख्शिशां वरताइयां दुनिया दे विच। गुरमुख प्यारिओ, अज उन्हां दे अवतार दिहाड़े विच कित्थों कित्थों दूरों दूरों संगतां आईयां ने। कल मींह पैण लग पिया, तुहानूं पता पिछले भी 2 साल खराबी करके जांदा रहा। पिछली तो पिछली वारी ते जल थाली कर दिता सी इत्थे, पिछली वारी भी 2 वेले लग पिया ते ऐतकी कल जदों नगर कीर्तन की समाप्ति हुई, बाबा बलविंदर सिंह मैनूं कहिंदे जलंधर वाले, कहिंदे बाबा जी लगदा अज भी काम गड़बड़ ही होऊगा। मैं कहा असीं भी जट हैं, जे कल नूं आ गया तो धर के कुटांगे भी बड़ा इहनूं। हुण 2 वारी ते माफ करता, हुण तीजी वारी सुक्का नहीं इहनूं जाण देना। इहदा बना के ना कलबूत मैं कहा बन देना पंडाल तो बाहर, फिर जिहड़ी संगत आऊगी 5-5 मार के जाऊ इहदे ते। गुरमुख प्यारिओ, गुरु गोबिंद सिंह जी महाराज जदों तख्त दमदमा साहब गए, ये साडे गुरु साहब कौतुक कर सकते ने, आपां सिख आ उन्हां दे। औड़ लग गई, मींह ना पवे, सारे इकट्ठे होके डल्ला चौधरी भी आ गया, मींह नहीं पैंदा बाजां वाले दे चरनां च। हुण कलगियां वाले की कहिंदे, कहिंदे डल्लिया पैर दी जुत्ती ला ला। ਉਹ ਸਾਖੀ मैं पढ़ी ते सुनी भी है, ਕਹਿੰਦੇ पैर दी जुत्ती ला ला। ਹੁਣ इंदा इंदर रुक नहीं आना, ਹੁਣ जुत्ती ना ही करांगे ਇਹਨੂੰ ठीक। गुरु गोबिंद सिंह जी महाराज ਕਹਿੰਦੇ ਹੁਣ ਸਾਹਮਣੇ ਖੜੋ ਕੇ ਤੇ 7 ਵਾਰੀ जुत्ती ਤਾਂ ਨੂੰ मारनी है। ਕਹਿੰਦੇ ਹੁਣ जुत्तियां खा के ही पाऊगा। डल्ला लग पिया मारन, जदों 7ਵੀਂ मारी ते ਕਹਿੰਦੇ चिट्टी दुध वर्गी धुप लगी सी, बदली आ गई, बस जल थाली कर दिता ते बाजां वाले हसदे ने, कहंदे भी ये जुत्तियां खा के रुक आउंदा है। तो मैनूं कल आ गई फिर गुरु गोबिंद सिंह जी अपने पिता दी साखी याद। मैं कहा जे ऐतकी ना लोट आया फिर जुत्ती नाल ही करांगे आपां। इस करके गुरमुख प्यारे आपां लाहा लिया, किरपा गुरु साहिब दी आउण वाले समयां च आपां इत्थों दा भी काम रंभांगे। आपां को गराइयां नहीं करनियां, बाबा जी दा बचन है, जेड़ा साडे नां ते पैसा मंगदा वो चोर है, असीं भी चोर नहीं बनना। आ लुधियाणे दी संगत बैठी है सामने, मेरे बड़े प्यार वाले ने, 1,13,000 रुपया लैके आ गए। मैं कहा भी सानू हुक्म नहीं है, ये आप दे कोल रखो, जदों शुरू करांगे उदों लै लवांगे। इस करके भाई ये साडे बाबा जी दे बचन है, गराही नहीं करनी ते कोई भी बंदा बांह खड़ी करके कह नहीं सकता भी इन्हां ने कदी किसे कोलों गराही कीती होवे जां किसे दे कोलों 1 रुपया भी मंगिया होवे जां किसे नूं कहा होवे भाई तूं आ समान लैके आ। नहीं, सिर्फ बाबा जी दे बचनां ते पहरा देना साडा काम है। ते बचन बाबा नानक सिंह दे याद आउंदे ने, तेरा मूंह तेरे गुरु वाल होवे, पदार्थ कंधां टप के आउणगे। बस उन्हां बचनां ते भाई साडा यही रखी दा मन दा ख्याल भी बाबा जी आप ही किरपा करी जांदे ने सारी। सहजे सहजे बाबा जी दा स्थान ये भी बन जाना है। कई कहिंदे ने पिंड वाला हजे नहीं बनिया, मैं कहा की पता ये बन के फेर वो बनना होवे, ये बाबा जी जानदे ने। ये आपां जिथे बैठे है ना गुरमुख प्यारिओ, मैं बड़ा हैरान होना, इत्थे दा कोई चित चेता भी नहीं सी आपां नूं, पर इत्थे कोई बंदगी है, कोई जिथे गुरु दे चरण ते गुरु दी संगत दे चरण पै रहे। नहीं तो वह भी बन सकता सी, पर बनूगा कोई समा आया, बहुत वड्डे स्थान बनने ने बाबा जी दे। आपां सारे ही किते
ਅੱਖੀਂ ਦੇਖਾਂਗੇ। ਸੋ ਆਪ ਜੀ ਸਾਰੀਆਂ ਸੰਗਤਾਂ ਦਾ ਬਹੁਤ ਆਪ ਜੀ ਨੂੰ ਜੀ ਆਇਆਂ ਨੂੰ। ਜਿੰਨੇ ਤੁਸੀਂ ਆਪਣੇ ਨਗਰਾਂ ਤੋਂ, ਪਿੰਡਾਂ ਤੋਂ, ਘਰਾਂ ਤੋਂ ਆਪਣੇ ਕਦਮ ਪੱਟ ਕੇ ਆਏ ਹੋ, ਸਾਰੇ ਕਦਮ, ਸਾਰੇ ਤੁਹਾਡੇ ਚਰਨ ਸਾਡੇ ਸਿਰ ਮੱਥੇ ਤੇ। ਤੁਸੀਂ ਸਾਨੂੰ ਆਪਣੇ ਚਰਨਾਂ ਦੀ ਧੂੜ ਦੇ ਕੇ ਨਵਾਜਿਆ। ਸਾਡੀ ਅਰਦਾਸ ਕਰਿਓ ਗੁਰੂ ਦੇ ਚਰਨਾਂ 'ਚ। ਇਸੇ ਹੀ ਤਰ੍ਹਾਂ ਬਾਬਾ ਜੀ ਦੇ ਘਰ ਦੀ, ਗੁਰੂ ਸਾਹਿਬਾਂ ਦੇ ਦਰ ਦੀ ਸੇਵਾ ਕਰਦੇ ਰਹੀਏ। ਗੁਰਮੁਖ ਪਿਆਰਿਓ, ਸੇਵਕ ਹੀ ਬਣ ਕੇ ਰਹੀਏ। ਅਸੀਂ ਵੀ ਕੋਈ ਸੰਤ ਨਹੀਂ, ਸਾਧ ਨਹੀਂ, ਅਸੀਂ ਵੀ ਗੁਰਮੁਖ ਪਿਆਰਿਓ ਹੱਥੀਂ ਕਿਰਤ ਕਰਨ ਵਾਲੇ ਬਾਬਾ ਜੀ ਦੇ ਘਰ ਦੇ ਸੇਵਕ ਹੀ ਹਾਂ। ਤੇ ਅਸੀਂ ਅਰਦਾਸ ਕਰਦੇ ਹਾਂ ਤੁਹਾਡੀ ਸੰਗਤ ਵਾਸਤੇ। ਜਿੰਨੀਆਂ ਵੀ ਸੰਗਤਾਂ ਆਈਆਂ ਨੇ, ਸਤਿਗੁਰੂ ਜੀ ਤੁਹਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ, ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ। ਹੁਣ ਮੇਰੀ ਬੇਨਤੀ ਹੈ ਇੱਕ ਤੁਹਾਨੂੰ ਸਾਰਿਆਂ ਨੂੰ, ਜਿੰਨੇ ਕੁ ਬੈਠੇ ਜਿਨ੍ਹਾਂ ਅੰਮ੍ਰਿਤ ਨਹੀਂ ਨਾ ਛਕਿਆ, ਉਹ ਮੇਰੀ ਬੇਨਤੀ ਹੈ, ਜਿਹਦਾ ਕੋਈ ਮਨ ਬਣਿਆ ਇੱਕ ਵਾਰੀ ਬਾਂਹ ਤੇ ਖੜੀ ਕਰ ਦਿਓ, 2-4 ਜਾਣੇ, ਵੀ ਅਸੀਂ ਛਕ ਲਵਾਂਗੇ। ਇੱਕ ਸਿੰਘ, ਹਾਂ ਕਰੋ। ਜਿਨ੍ਹਾਂ ਨਹੀਂ ਛਕਿਆ, ਭਾਵੇਂ ਬਾਬਾ ਜੀ ਦੇ ਬਚਨ 1.25 ਲੱਖ, ਜਿਨ੍ਹਾਂ ਨੇ ਹੁਣ ਕੀਤੀ ਉਹ ਛਕਿਓ ਜ਼ਰੂਰ। ਅੱਜ ਦਾ ਦਿਨ ਆਪਣਾ ਸਫਲਾ ਹੋ ਜੂ। ਇਹ ਮੇਰੀ ਬੇਨਤੀ ਹੈ, ਅੰਮ੍ਰਿਤ ਛਕੋ, ਗੁਰੂ ਵਾਲੇ ਬਣੋ। ਆਹ ਸਮੇਂ ਨੂੰ ਐਵੇਂ ਨਾ ਜਾਣ ਦਿਓ, ਇਹ ਚਲਿਆ ਗਿਆ, ਤੁਹਾਡੇ ਹੱਥ ਨਹੀਂ ਆਉਣਾ ਮੁੜ ਕੇ। ਸੋ ਹੋਈਆਂ ਭੁੱਲਾਂ ਦੀ ਮਾਫੀ ਹੈ ਜੀ। ਇੰਨੇ ਕੀ ਸ਼ਬਦ ਪ੍ਰਵਾਨ। ਸਾਰਿਆਂ ਨੂੰ ਜੀ ਆਇਆਂ ਨੂੰ। ਅੱਜ ਦੇ ਸਮਾਗਮ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ। ਹੁਣ 5-5, 7-7 ਮਿੰਟ 2-3 ਜਥੇ ਉਹ ਆਪਣੀ ਹਾਜ਼ਰੀ ਲਵਾ ਕੇ ਨਾਲ ਹੀ ਆਪਾਂ ਸਮਾਪਤੀ। ਫਿਰ ਸਾਰਿਆਂ ਨੂੰ ਗੁਰੂ ਘਰ ਵੱਲੋਂ ਤੁਹਾਨੂੰ ਆਗਿਆ ਦਾ ਪ੍ਰਸ਼ਾਦ ਦੇ ਕੇ ਫਿਰ ਤੁਹਾਨੂੰ ਇੱਥੋਂ ਤੋਰਨਾ ਹੈ। ਆਓ ਕੁਝ ਕੁ ਮਿੰਟ ਵਾਸਤੇ ਬਾਬਾ ਬਲਵਿੰਦਰ ਸਿੰਘ ਜੀ ਜਲੰਧਰ ਵਾਲੇ, ਉਹ 5-7 ਮਿੰਟ ਹਾਜ਼ਰੀ ਭਰਨਗੇ। ਉਹਨਾਂ ਤੋਂ ਬਾਅਦ ਭਾਈ ਗੁਰਮੁਖ ਸਿੰਘ ਜੀ ਫਗਵਾੜੇ ਵਾਲੇ, ਉਹ ਵੀ 5-7 ਮਿੰਟ ਲਾਉਣਗੇ। ਕਪੂਰਥਲੇ ਤੋਂ ਬਾਬਾ ਮੁਨਸ਼ਾ ਸਿੰਘ ਜੀ ਦੇ, ਉਹਨਾਂ ਦੇ ਪਰਿਵਾਰ ਚੋਂ ਆਏ ਨੇ, ਉਹ ਵੀ 5-7 ਮਿੰਟ ਵਾਸਤੇ। ਜਿੰਨੇ ਕੁ ਬੈਠੇ ਹੋ ਸਜੇ ਰਹੋ। ਘਰ ਉੱਥੇ ਹੀ ਹੈ, ਘਰ ਕਿਤੇ ਪਰਾਂ ਨਹੀਂ ਚਲਿਆ ਜਾਣਾ ਆਪਣਾ, ਪਰ ਤੁਹਾਡਾ ਸਮਾਂ ਲੇਖੇ 'ਚ ਆ ਜਾਊਗਾ। ਆਓ ਬਾਬਾ ਬਲਵਿੰਦਰ ਸਿੰਘ ਜੀ 5-7 ਮਿੰਟ ਵਾਸਤੇ ਬੁਲਾਓ। ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ।